ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਗਿਲਜ਼ ਮੈਂਟੋਰ ਵਰਡ ਅਟੈਂਡੈਂਟ ਦੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਅੱਗੇ ਕੁਝ ਡਿਫਰੈਂਟ ਬਿਮਾਰੀਜ਼ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, WhatsApp, Telegram, Facebook, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਸੈਸ਼ਨ ਨੂੰ ਕਾਈਂਡਲੀ ਸ਼ੇਅਰ ਕਰਨਾ ਸਟਾਰਟ ਕਰ ਦਿਓ। IBPS, RRB, JEE ਪੰਜਾਬ, ਪੰਜਾਬ ਪੁਲਿਸ, SI ਔਰ ਪਟਵਾਰੀ ਦੇ ਲਈ ਬੈਚਿਸ ਲਾਂਚ ਕੀਤੇ ਜਾ ਚੁੱਕੇ ਨੇ। ਤੁਸੀਂ ਚਾਹੋ ਤਾਂ ਉਹਨਾਂ ਦੇ ਵਿੱਚ ਐਨਰੋਲ ਕਰਵਾ ਸਕਦੇ ਹੋ। ਐਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੈ। ਹੋਰ ਵੀ ਕਾਫੀ ਡਿਫਰੈਂਟ ਕ੍ਰੈਸ਼ ਕੋਰਸਿਸ ਔਰ ਮੌਕ ਟੈਸਟ ਸੀਰੀਜ਼ ਨੇ ਜਿਹੜੀ ਲਾਂਚ ਕੀਤੀਆਂ ਗਈਆਂ ਨੇ। ਤੁਸੀਂ ਚਾਹੋ ਤਾਂ ਉਹਨਾਂ ਨੂੰ ਅਵੇਲ ਕਰ ਸਕਦੇ ਹੋ। PDF ਦੇ ਲਈ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ। ਬੇਸਿਕਲੀ ਉਸ ਦੇ ਵਿੱਚ ਤੁਹਾਨੂੰ ਸਾਰੀ PDFs ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਪਾਂ ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਕਾਲਾ ਅਜ਼ਰ ਦੇ ਬਾਰੇ ਡਿਸਕਸ ਕਰਾਂਗੇ। ਬਿਮਾਰੀ ਦੇ ਬਾਰੇ ਡਿਸਕਸ ਕਰਾਂਗੇ। ਕਾਲਾ ਅਜ਼ਰ ਬਲੈਕ ਫੀਵਰ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇੰਡੀਆ ਦੇ ਵਿੱਚ ਕਾਲਾ ਅਜ਼ਰ ਕਿਹਾ ਜਾਂਦਾ ਹੈ। ਵੈਸੇ ਇਸ ਬਿਮਾਰੀ ਦਾ ਨਾਮ ਹੈ ਲਿਸ਼ਮੈਨਿਸਿਸ। ਲਿਸ਼ਮੈਨਿਸਿਸ ਕਾਲਾ ਅਜ਼ਰ ਇੱਕ ਪੈਰਾਸਾਈਟ ਡਿਸੀਜ਼ ਹੈ ਕੋਸਡ ਬਾਏ ਲਿਸ਼ਮੈਨੀਆ ਪੈਰਾਸਾਈਟ। ਲਿਸ਼ਮੈਨੀਆ ਪੈਰਾਸਾਈਟ ਦੀ ਵਜ੍ਹਾ ਤੋਂ ਇਹ ਬਿਮਾਰੀ ਹੁੰਦੀ ਹੈ। This parasite typically lives in infected sand flies. You can contract leishmaniasis from a bite of an infected sand fly. लिस्मेनिसिस एक परजीवी बीमारी है जो लिस्मानिया परजीवी कारण ਹੁੰਦੀ ਹੈ। ਇੱਕ ਫਲਾਈ ਹੈ ਜਿਹੜੀ ਕਿ ਆਮ ਤੌਰ ਤੇ ਸੰਕਰਮਿਤ ਰੇਤ ਦੀਆਂ ਮੱਖੀਆਂ ਦੇ ਵਿੱਚ ਰਹਿੰਦਾ ਹੈ। ਜਿਹੜੀ ਰੇਤ ਦੀਆਂ ਮੱਖੀਆਂ ਹੁੰਦੀਆਂ ਨੇ, ਸੈਂਡ ਫਲਾਈਜ਼ ਹੁੰਦੀਆਂ ਨੇ, ਉਹਨਾਂ ਦੇ ਵਿੱਚ ਹੁੰਦੀ ਹੈ ਇਹ ਬਿਮਾਰੀ ਔਰ ਉਹਨਾਂ ਦੇ ਕੱਟਣ ਦੇ ਨਾਲ ਇਨਸਾਨ ਨੂੰ ਇਹ ਬਿਮਾਰੀ ਹੋ ਜਾਂਦੀ ਹੈ। ਲਾਗ ਵਾਲੀ ਰੇਤ ਦੀ ਮੱਖੀ ਦੇ ਚੱਕ ਤੋਂ ਲਿਸਮੈਨਿਸਿਸ ਹੋ ਸਕਦਾ ਹੈ। ਠੀਕ ਹੈ, ਕਾਲਾ ਅਜ਼ਰ। ਨੈਕਸਟ ਹੈ ਫੈਲਣ ਦਾ ਕਾਰਨ। ਹੁਣੇ ਆਪਾਂ ਡਿਸਕਸ ਕਰਿਆ ਕਿ ਇਸ ਦੇ ਫੈਲਣ ਦਾ ਕੀ ਕਾਰਨ ਹੈ। ਫਲਾਈ। ਕਿਹੜੀ ਫਲਾਈ? ਸੈਂਡ ਫਲਾਈ। There is only one sand fly vector of ਕਾਲਾ ਅਜ਼ਰ in India. ਸੈਂਡ ਫਲਾਈ ਹੈ ਜਿਹੜੀ, ਉਸਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ? ਕਿ ਸਾਇੰਟੀਫਿਕ ਨੇਮ ਦੀ ਗੱਲ ਕਰੀਏ, ਵੈਸੇ ਆਪਾਂ ਸੈਂਡ ਫਲਾਈ ਕਹਿੰਦੇ ਹਾਂ ਨੋਰਮਲੀ, ਪਰ ਅਗਰ ਸਾਇੰਟੀਫਿਕ ਨੇਮ ਦੀ ਗੱਲ ਕਰੀਏ ਤਾਂ ਫੈਲਾਬੋਟਮਸ ਅਰਜੈਂਟੀਪਾਈਸ। ਫੈਲਾਬੋਟਮਸ ਅਰਜੈਂਟੀਪਿਸ। ਸੈਂਡ ਫਲਾਈਜ਼ ਆਰ small insects about 1/4 of the size of mosquito. ਮੋਸਕੀਟੋ ਤੋਂ ਲਗਭਗ 1/4 ਹਿੱਸਾ ਹੁੰਦਾ ਸੈਂਡ ਫਲਾਈਜ਼, ਇੰਨੀ ਛੋਟੀ ਹੁੰਦੀ ਹੈ। The length of a sand fly body ranges from 1.5 to 3.5 ਮਿਲੀਮੀਟਰ। ਭਾਰਤ ਵਿੱਚ ਕਾਲਾ ਅਜ਼ਰ ਦਾ ਸਿਰਫ ਇੱਕ ਰੇਤ ਦਾ ਉੱਡਣ ਵਾਲਾ ਵੈਕਟਰ ਹੈ, ਅਰਥਾਤ ਫੈਲਾਬੋਟਮਸ ਅਰਜੈਂਟੀਪਿਸ। ਰੇਤ ਵਿੱਚ ਮੱਖੀਆਂ ਛੋਟੇ ਕੀੜੇ ਮਕੌੜੇ ਹੁੰਦੇ ਹਨ। ਮੱਛਰ ਦੇ ਆਕਾਰ ਦਾ ਲਗਭਗ 1/4 ਹਿੱਸਾ। ਰੇਤ ਵਿੱਚ ਉੱਡਣ ਵਾਲੇ ਸਰੀਰ ਦੀ ਲੰਬਾਈ 1.5 ਤੋਂ 3.5 ਮਿਲੀਮੀਟਰ ਤੱਕ ਹੈ। ਹਾਲਾਂਕਿ ਇੰਨਾ ਡਿਟੇਲ ਦੇ ਵਿੱਚ ਇੰਪੋਰਟੈਂਟ ਨਹੀਂ ਬਣੇਗਾ, ਵੈਸੇ ਨੌਲੇਜ ਪਰਪਸ ਦੇ ਲਈ ਆਪਾਂ ਡਿਸਕਸ ਕਰ ਰਹੇ ਹਾਂ। ਇੱਕ ਵਾਰ ਯਾਦ ਰੱਖਣਾ, ਕਾਲਾ ਅਜ਼ਰ ਇੰਡੀਆ ਦੇ ਵਿੱਚ ਸੈਂਡ ਫਲਾਈ ਦੇ ਕਾਰਨ ਹੁੰਦਾ। ਵੈਸੇ ਨੋਰਮਲੀ ਸੈਂਡ ਫਲਾਈਜ਼ ਦੇ ਕਾਰਨ ਹੁੰਦਾ, ਜਿਸ ਨੂੰ ਫਲੈਬੋਟਮਸ ਐਜੈਂਟੇਪਿਸ ਕਿਹਾ ਜਾਂਦਾ ਹੈ। ਨੈਕਸਟ ਹੈ ਲੱਛਣ। ਲੱਛਣ ਦੇ ਵਿੱਚ ਬੇਸਿਕਲੀ ਸਿੰਪਟਮਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਿੰਪਟਮਸ ਦੇ ਵਿੱਚ ਸਭ ਤੋਂ ਪਹਿਲਾ ਸਿੰਪਟਮ ਹੈ ਲਾਸ ਆਫ ਐਪੇਟਾਈਟ, ਭੁੱਖ ਦਾ ਘਟਣਾ। ਪੇਲਰ ਐਂਡ ਵੇਟ ਲਾਸ ਵਿਦ ਪ੍ਰੋਗਰੈਸਿਵ ਇਮੈਕੀਨੇਸ਼ਨ। ਵੀਕਨੈਸ। ਸਕਿਨ ਹੈ ਜਿਹੜੀ ਆਪਣੀ ਡਰਾਈ ਹੋ ਜਾਂਦੀ ਹੈ, ਪਤਲੀ ਹੋ ਜਾਂਦੀ ਹੈ, ਐਂਡ ਸਕਾਰਲੀ। ਹੇਅਰ ਮੇ ਬੀ ਲੋਸਟ। ਸਕਿਨ ਦੇ ਉੱਤੇ ਜਿਹੜੇ ਹੇਅਰ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ। ਲਾਈਟ ਕਲਰਡ ਪਰਸਨ ਸ਼ੋ ਗ੍ਰੇਇਸ਼ ਡਿਸਕਲਰੇਸ਼ਨ ਆਫ ਦ ਸਕਿਨ ਆਫ ਹੈਂਡਸ, ਫੀਟ, abdomen and face, which gives the Indian name Kala Azar, meaning black fever. Anemia develops rapidly. ਪੰਜਾਬੀ ਦੇ ਵੀ ਡਿਸਕਸ ਕਰ ਲੈਂਦੇ ਹਾਂ ਕਿ ਪ੍ਰਗਤੀਸ਼ੀਲ ਨਿਕਾਸੀ ਦੇ ਭੁੱਖ, ਬੇਹੋਸ਼ੀ ਅਤੇ ਭਾਰ ਘਟਣਾ। ਬੇਸਿਕਲੀ ਕੀ ਹੁੰਦਾ ਕਿ ਆਪਣਾ ਵੇਟ ਨੋਰਮਲੀ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਨਾਂ ਕਿਸੇ ਬੇਸਿਕਲੀ ਜਿਹੜੀ ਨੋਰਮਲੀ ਆਪਾਂ ਅਗਰ ਵੇਟ ਲੂਜ਼ ਕਰਦੇ ਹਾਂ ਤਾਂ ਐਕਸਰਸਾਈਜ਼ ਕਰਦੇ ਹਾਂ, ਕਾਫੀ ਐਕਸਰਸਾਈਜ਼ ਕਰਨੀਆਂ ਪੈਂਦੀਆਂ ਨੇ, ਤਾਂ ਬਿਨਾਂ ਕਿਸੇ ਐਕਸਰਸਾਈਜ਼ ਤੋਂ ਸਿੰਪਲੀ ਵੇਟ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਕਮਜ਼ੋਰੀ ਆ ਜਾਂਦੀ ਹੈ ਬੋਡੀ ਦੇ ਵਿੱਚ। ਸਕਿਨ ਹੈ ਜਿਹੜੀ ਉਹ ਕਾਫੀ ਸੁੱਖੀ ਹੋ ਜਾਂਦੀ ਹੈ। ਠੀਕ ਹੈ, ਹਲਕੇ ਰੰਗ ਜਿਹੜੇ ਨੋਰਮਲ ਆਪਾਂ ਵਿਅਕਤੀ ਹੁੰਦੇ ਹਾਂ, ਆਪਣੇ ਜਿਹੜੇ ਹੱਥ ਪੈਰ ਔਰ ਚਮੜੀ ਦਾ ਰੰਗ ਸਲੇਟੀ ਕਲਰ ਦਾ ਹੋਣਾ ਸ਼ੁਰੂ ਹੋ ਜਾਂਦਾ, ਤਾਂ ਇਸ ਨੂੰ ਕਹਿੰਦੇ ਆ ਕਾਲਾ ਅਜ਼ਰ। ਕਾਲਾ ਬੁਖਾਰ, ਕਿ ਜਿਹੜੀ ਆਪਣੀ ਬੋਡੀ ਹੈ ਉਸਦਾ ਰੰਗ ਸਲੇਟੀ ਹੋਣਾ ਸ਼ੁਰੂ ਹੋ ਜਾਂਦਾ, ਕਾਲੇ ਰੰਗ ਦਾ ਹੋਣਾ ਸ਼ੁਰੂ ਹੋ ਜਾਂਦਾ। ਅਨੀਮੀਆ ਹੋ ਜਾਂਦਾ ਇਨਸਾਨ ਨੂੰ। ਇਸ ਤੋਂ ਇਲਾਵਾ
Splenomegaly, spleen enlarges rapidly to massive enlargement, usually soft and non-tender। ਇਹ ਸਭ ਤੋਂ ਵੱਡਾ ਲੱਛਣ ਹੈ ਇਸ ਬਿਮਾਰੀ ਦਾ ਸਪਲੈਨੋਮੈਗਲੀ। ਬੇਸਿਕਲੀ ਜਿਹੜੀ ਸਪਲੀਨ ਹੁੰਦੀ ਹੈ, ਆਪਣੀ ਸਪਲੀਨ ਹੈ, ਇਹ ਕੀ ਹੋ ਜਾਂਦੀ ਹੈ, ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਈਜ਼ ਇਸਦਾ ਇੰਕਰੀਜ਼ ਹੋਣਾ ਸ਼ੁਰੂ ਹੋ ਜਾਂਦਾ। ਲੀਵਰ ਦੇ ਵਿੱਚ ਹੁੰਦੀ ਹੈ ਸਪਲੀਨ, ਇਹ ਇੰਕਰੀਜ਼ ਹੋਣੀ ਸ਼ੁਰੂ ਹੁੰਦੀ ਹੈ ਸਾਈਜ਼, ਜੋ ਕਿ ਆਪਾਂ ਨੂੰ ਨੁਕਸਾਨ ਕਰਦਾ ਹੈ। ਲੀਵਰ एनलार्जमेंट नॉट टू द एक्सटेंट ऑफ स्प्लीन, सॉफ्ट स्मूथ सरफेस और शार्प एज। ਜਿਹੜਾ ਲੀਵਰ ਹੈ, ਲੀਵਰ ਦਾ ਵੀ ਸਾਈਜ਼ ਇੰਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਸਪਲੀਨ ਔਰ ਲੀਵਰ ਇਹ ਦੋਨੋਂ ਐਸੀ ਚੀਜ਼ਾਂ ਨੇ ਜਿਨ੍ਹਾਂ ਦਾ ਸਾਈਜ਼ ਇੰਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਸ ਦੇ ਵਿੱਚ? ਕਾਲਾ ਅਜ਼ਰ ਦੇ ਵਿੱਚ। ਕਾਲਾ ਅਜ਼ਰ ਦੇ ਵਿੱਚ ਬੇਸਿਕਲੀ ਜਿਹੜਾ ਲੀਵਰ ਹੈ ਉਹ ਤਿਕੋਣਾ ਹੋਣਾ ਸ਼ੁਰੂ ਹੋ ਜਾਂਦਾ, ਤਿੱਖੀ ਕਿਨਾਰੇ ਦੀ ਹੱਦ ਤੱਕ ਵੱਧ ਜਾਂਦੀ ਹੈ। ਨੈਕਸਟ ਹੈ देयर आर, इलाज की गल करते तो इलाज दे विच देयर आर नो वैक्सीन्स और प्रिवेंटिव ड्रग्स फॉर लेशमनेसिस। बेसिकली काला अजर की कोई दवाई नहीं है, कोई ड्रग नहीं है, वैक्सीन नहीं है। द मोस्ट इफेक्टिव मेथड टू प्रिवेंट इन्फेक्शन इज टू प्रोटेक्ट फ्रॉम सैंड फ्लाई बाइट्स। टू डिक्रीज द रिस्क ऑफ बीइंग बाइटन, फॉलो प्रिकॉशंस आर सजेस्टेड। बेसिकली बचाव ही है जो इंपॉर्टेंट है, दवाई कोई प्रॉपर मेडिसिन नहीं है। इस दे लई तो बचाव किस तरीके नाल किया जा सकता है? आउटडोर्स, अवॉइड आउटडोर एक्टिविटीज़ स्पेशली फ्रॉम डस्क टू डॉन व्हेन सैंड फ्लाइज जनरली आर मोस्ट एक्टिव। व्हेन आउटडोर्स और इन अनप्रोटेक्टेड क्वार्टर्स मिनिमाइज द अकाउंट ऑफ एक्सपोज्ड स्किन। नेक्स्ट है अप्लाई इंसेक्ट रेपेलेंट टू एक्सपोज्ड स्किन एंड अदर अंडर द एंड्स ऑफ स्लीव्स एंड पैंट लैग्स। बेसिकली पंजाबी ਦੇ ਵਿੱਚ डिटेल ਦੇ ਵਿੱਚ डिस्कस करते हैं कि ਜਿਹੜੀ ਇਹ बीमारी है इसकी कोई दवाई नहीं है। इसनूं रोकण ਦਾ एक ही तरीका है कि इसनूं डंग मारन ਦੇ जोखम ਨੂੰ ਘਟਾਉਣਾ। ਉਹ किस तरीके ਨਾਲ ਹੋਏਗਾ कि अगर ਆਪਾਂ ਬਾਹਰ ਆ ਕਿਤੇ वर्क कर रहे हैं, बाहर हाँ, तो बाहरली गतिविधियों तो बचो, खासकर शाम तो सवेर तक। इस टाइम ये ਜਿਹੜੇ इंसैक्ट्स ने ज़्यादा ਕਿਰਿਆਸ਼ੀਲ ਹੁੰਦੇ ਨੇ, ਕਹਿ ਸਕਦੇ ਹਾਂ ਕਿ ਜ਼ਿਆਦਾ ਘੁੰਮ ਰਹੇ ਹੁੰਦੇ ਨੇ। ਇਸ ਤੋਂ ਇਲਾਵਾ ਜਦੋਂ ਬਾਹਰ ਜਾਂ ਅਨਸੁਰੱਖਿਅਤ ਕੁਆਟਰਾਂ ਦੇ ਵਿੱਚ ਹੋ ਤਾਂ ਚਮੜੀ ਦੀ ਖੁੱਲ੍ਹ ਦੀ ਮਾਤਰਾ ਨੂੰ ਘੱਟ ਤੋਂ ਘੱਟ ਕਰੋ। ਯਾਨੀ ਕਿ ਜਿਹੜੇ ਕਲੌਥਸ ਨੇ ਉਹ ਪੂਰੇ, ਆਪਾਂ ਕਾਫੀ ਮਲੇਰੀਆ ਦੇ ਵਿੱਚ ਵੀ ਡਿਸਕਸ ਕੀਤਾ ਸੀ, ਡੇਂਗੂ ਦੇ ਵਿੱਚ ਵੀ ਡਿਸਕਸ ਕੀਤਾ ਸੀ ਕਿ ਆਪਣੇ ਜਿਹੜੇ ਕਲੌਥਸ ਨੇ ਇਹ ਪੂਰੇ ਪਾਣੇ ਚਾਹੀਦੇ ਨੇ। ਠੀਕ ਹੈ, ਟੀ-ਸ਼ਰਟਸ ਵਗੈਰਾ ਜਿਹੜੀ ਸਲੀਵਸ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ अगर वो पूरियां नहीं है तो रैपलेंट का यूज़ करो, मॉस्किटो रैपलेंट्स होंगे ने उन्हों का इस्तेमाल करो ताकि यह की कर सकन, बचा जा सके इन्होंने फ्लाइज तो, या सिंपल अगर नॉर्मली अगर आप गल करिए तो डेंगू के मच्छरों तो, या कह सकते हैं मलेरिया के मच्छरों तो, इन्होंने बीमारियों तो बचने के लिए की करना चाहिए? इंसैक्ट रैपलेंट का यूज़ करना चाहिए। इस तो इलावा वीयर क्लॉथ्स दैट कवर एज मच एज स्किन एज पॉसिबल, उन्हें आप डिस्कस किया। लॉन्ग पैंट्स, लॉन्ग स्लीव शर्ट्स टक्ड इनटू पैंट्स एंड हाई सॉक्स आर रिकमेंडेड। ऐसे इलाकों के अगर तुम काम करना है जिथे सैंड फ्लाइज हो सकती ने तो इस तरीके के नाल यूज़ करना चाहिए। यूज़ इंसैक्ट रैपेलेंट ऑन एनी एक्सपोज्ड स्किन एंड ऑन द एंड्स ऑफ योर पैंट्स एंड स्लीव्स। द मोस्ट इफेक्टिव इंसैक्ट रैपेलेंट्स कंटेन DEET। Spray indoor sleeping areas with insecticide. Sleep on the higher floors of a building. The insects are poor flyers। की है कि वह कपड़े पहनो जो ज़्यादा तो ज़्यादा चमड़ी नूं ढक सकन। ठीक है, पूरियां पैंटां और पूरी शर्टां यूज़ की जानी चाहिए ने और उच्चियां जराबां। इस तो इलावा किसी भी चमड़ी ते अते अपने पैंट अते स्लीव्स दे सिरे ते कीट भंडार की वरतों करो, यानी कि इंसैक्ट रैपेलेंट्स का यूज़ करना चाहिए। इस तो इलावा सब तो ज़्यादा प्रभावशाली इंसैक्ट रैपेलेंट्स किहड़े हुंदे ने जिन्होंने DEET हुंदी है, कैमिकल है DEET, इस दे बारे आपां डिस्कस किया सी। यह जिहड़ी कैमिकल हुंदा है वो सब तो जिन्हां दे विच यह कैमिकल है वो ज़्यादा इंसैक्ट रैपेलेंट्स फायदेमंद हुंदे ने। इंडोर नींद वाले खेतरां नूं कीटनाशक नाल स्प्रे करो। अंदर जिहड़े होम हुंदे ने, अपने घर हुंदे ने, घरां दे विच इंसैक्टिसाइड स्प्रे करना चाहिए। इस तो इलावा अगर किसी इमारत की उच्चियां मंजिलों से सोवो, अगर आप सोना है तो उच्ची जगह पर सोना चाहिए। तो की होंगे क्योंकि ये जोड़े इंसैक्ट्स होंगे ने ये हायर फ्लाई नहीं कर सकते, ज़्यादा उच्चा फ्लाई नहीं कर सकते। काला अजर बीमारी वाली जी फ्लाइज होंगे ने वो ज़्यादा उच्चा नहीं उड़ सकती।
नेक्स्ट बीमारी डिस्कस करेंगे कैंसर। दो ही बीमारियां डिस्कस करेंगे आप अज, एक काला अजर हो गया और दूसरी कैंसर। ठीक है जी, कल आप शुरू करांगे कोविड-19 के क्वेश्चनस। इस तो इलावा एक क्लास अपनी बैलेंस डाइट से भी होएगी और एक क्लास फर्स्ट एड से भी होएगी। और भी अगर किसी होर चीज़ के उत्ते क्लास चाहते हो वार्ड अटेंडेंट की क्लास के विच, तुसीं वो भी कमेंट बॉक्स में दस सकते हो, आप उस पर भी क्लास ले लाँगे। नेक्स्ट है कैंसर। कैंसर इज अ ग्रुप ऑफ डिसीजेस इन्वॉल्विंग एबनॉर्मल सेल ग्रोथ with the potential to invade or spread to other parts of body. These contrast with beginnings tumors which do not spread. पंजाबी ਦੇ ਵਿੱਚ ਰਹਿ ਗਿਆ ਇਹ कि कैंसर है जी, कैंसर एक ग्रुप है, डिसीजेज एक ग्रुप है एबनॉर्मल सैल ग्रोथ का। बेसिकली कैंसर जी बीमारी है उस नॉर्मली की होंगे है कि जी अपने सैल्स होंगे बॉडी के डिफरेंट सैल्स ने वो की होंगे कि वह जिस तरीके उन्होंने वधना होंगे उसनों छड्ड के डिफरेंट तरीके वधना शुरू हो जाते हैं। ठीक है, अगर आप गल करिए कि एक जगह के उत्ते ਜਿਹੜੇ ਸੈਲਸ ਨੇ ਉਹਨਾਂ ਨੇ ਕੁਝ ਟਾਈਮ ਬਾਅਦ ਵਧਣਾ ਹੈ ਤਾਂ ਜ਼ਿਆਦਾ ਵਧਣੇ ਸ਼ੁਰੂ ਹੋ ਜਾਂਦੇ ਨੇ ਔਰ ਇੰਨੇ ਜ਼ਿਆਦਾ ਵਧਣੇ ਸ਼ੁਰੂ ਹੋ ਜਾਂਦੇ ਨੇ ਕਿ ਉਸ ਇਲਾਕੇ ਨੂੰ ਜ਼ਿਆਦਾ ਕਵਰ ਕਰ ਲੈਂਦੇ ਨੇ। ਠੀਕ ਹੈ, ਉਸ ਇਲਾਕਾ ਜਿਹੜਾ ਉਹ ਇਲਾਕਾ ਆਪਣੀ ਬੋਡੀ ਦਾ ਜਿੱਥੇ ਸੈਲਸ ਜ਼ਿਆਦਾ ਇੰਕਰੀਜ਼ ਹੋ ਚੁੱਕੇ ਨੇ ਉਸ ਨੂੰ ਕੀ ਕਿਹਾ ਜਾਂਦਾ ਹੈ? ਟਿਊਮਰ ਕਿਹਾ ਜਾਂਦਾ ਹੈ। ਠੀਕ ਹੈ, याद रखना है। हौली हौली ये ट्यूमर वधदा जाता है, इन्फैक्शन फैलती जाती है, तो ये जोड़े सैल्स ने इन्हों की गिनती वधदी जाती है, तो वह इलाका पूरे तरीके नाल डिसमेंटल हो जाता है बॉडी का। ठीक है, उसनूं कैंसर कहा जाता है। हुण कैंसर की किस्मां ने, डिफरेंट टाइप्स ऑफ कैंसर ने। ठीक है, अगर आप गल करिए कि किसी नूं लंग कैंसर हुंदा है, किसी नूं ब्लड का कैंसर है। ठीक है, इस तरीके नाल डिफरेंट कैंसर ने, स्किन कैंसर हुंदे ने। तो इन्हों के बारे डिटेल दे विच हल्का डिस्कस करांगे कि कैंसर्स आर नेम्ड फॉर द एरिया इन विच दे बिगन एंड द टाइप ऑफ सेल दे आर मेड ऑफ, इवन इफ दे स्प्रेड टू अदर पार्ट्स ऑफ द बॉडी। फॉर एग्जाम्पल, कैंसर दैट बिगिन्स इन द लंग्स एंड स्प्रेड टू द लीवर इज कॉल्ड लंग कैंसर। There are also several clinical terms used for cancer, general types of cancer. सैवरल क्लिनिकल टर्म्स भी ने कैंसर के बारे अगर आप गल करिए तो किमें ने। फॉर एग्जाम्पल, कार्सीनोमा। कार्सीनोमा इज ए कैंसर दैट स्टार्ट्स इन द स्किन और द टिश्यूज दैट आर लाइन अदर ऑर्गन्स। जिहड़ा स्किन तो कैंसर हुंदा है उसनूं कार्सीकोमा कहा जाता है। सारकोमा। सारकोमा कैंसर इज ऑफ कनेक्टिंग टिश्यूज सच एज बोन्स, मसल्स, cartilage and blood vessels. Leukemia. Leukemia is a cancer of bone marrow which creates blood cells. इस ज़्यादा सब तो ज़्यादा यही कैंसर पाया जाता है आजकल ल्यूकेमिया। ल्यूकेमिया कैंसर है जो बोन मैरो के कैंसर है। लिम्फोमा और मिलोमा। मिलोमा आर द कैंसर ऑफ द इम्यून सिस्टम। जो इम्यून सिस्टम के अगर कैंसर होंगे तो उसको कहा जाता है लिफोमा और माइलोमा। ठीक है जी, हुण अगर इन्हों पंजाबी दे विच पहले डिस्कस कर लैंदे कि कैंसर वो खेतर लई नामित किए जाते हैं जिथे वो शुरू होंगे हैं। ठीक है, जिस किस्म के सैल वो बने होंगे हैं भावें वो शरीर के दूजे हिस्सों के फैल जाते हैं। बेसिकली अगर आप गल करिए कि कैंसर एक पर्टिकुलर इलाके के शुरू होंगे तो चाहे वह उस इलाके तो दूसरे इलाके के चला जाता है, पर उसका नाम उस जगह के उत्ते रखा, उस जगह के बारे रखा जाता है जितों वो शुरू होया। फॉर एग्जाम्पल, कि जिहड़ा कैंसर फेफड़ियां का कैंसर है ये जिगर तक फैल जाता है, लीवर तक फैल जाता है, पर इसनूं फेफड़ियां का कैंसर कहा जाता है। ठीक है, क्लीनिकल टर्म्स दे विच अगर आप गल करिए जो चमड़ी या टिशूआं तो शुरू होंदा है उसनूं कार्सीनोमा हुणे डिस्कस किया है। इस तो इलावा हड्डियां, बोन्स दे विच, मसल्स दे विच या ब्लड वीन्स ने जिहड़ियां उन्हां दा अगर कैंसर होंदा है तो उसनूं सारकोमा कहा जाता है। ल्यूकेमिया, बोन मैरो का कैंसर ल्यूकेमिया होंदा है। लिफोमा और माइलोमा, इम्यून सिस्टम का कैंसर। इम्यून सिस्टम के कैंसर नूं लिफोमा और माइलोमा कहा जाता है। ठीक है जी, इस तो इलावा इसके फैलन के कारण, उन्हें फैलता है तो फैलन के कारण की ने कि द डायरैक्ट कॉज ऑफ कैंसर इज चेंजेस और म्यूटेशंस टू द DNA इन योर सैल्स। कि बेसिकली की होंदा है कि जिहड़ा कैंसर है वो किस तरीके नाल फैलदा है, वो अपनी बॉडी के जिहड़े सैल्स ने उन्हां दे विच अगर कोई चेंज आंदा है
DNA ਦੇ ਵਿੱਚ ਕੋਈ ਚੇਂਜ ਆਉਂਦਾ, ਆਪਣਾ ਬੋਡੀ ਦਾ DNA ਕਿਹਾ ਜਾਂਦਾ ਜਿਹੜਾ, ਅਗਰ ਉਸ ਦੇ ਵਿੱਚ ਕੋਈ ਚੇਂਜ ਆਉਂਦਾ ਤਾਂ ਕੈਂਸਰ ਹੁੰਦਾ ਹੈ। ਠੀਕ ਹੈ, ਹੁਣ ਇਹ ਕਿਵੇਂ ਹੁੰਦਾ ਹੈ ਕਿ ਜੈਨੇਟਿਕ ਮਿਊਟੇਸ਼ਨਸ ਕੈਨ ਬੀ ਇਨਹੈਰੀਟੇਟਿਡ। They can also occur after birth as a result of environment forces. Some of these forces include basically ਜੈਨੇਟਿਕ ਦੇ ਜਿਹੜੇ ਚੇਂਜ ਹੁੰਦੇ ਨੇ। ਅਗਰ ਜੈਨੇਟਿਕ ਚੇਂਜ ਅਗਰ ਆਪਾਂ ਗੱਲ ਕਰਦੇ ਆਪਣੀ ਬੋਡੀ ਦੇ ਵਿੱਚ, ਸੈਲਸ ਦੇ ਵਿੱਚ ਕੋਈ ਚੇਂਜ ਆਉਂਦਾ DNA ਦੇ ਵਿੱਚ, ਤਾਂ ਉਹ ਬੋਡੀ ਬਰਥ ਤੋਂ ਵੀ ਆ ਸਕਦਾ ਵੀ, ਅਗਰ ਕਿਸੇ ਫਾਦਰ ਨੂੰ ਹੈ ਤਾਂ ਅੱਗੇ ਬੱਚੇ ਨੂੰ ਹੋ ਸਕਦਾ, ਮਦਰ ਤੋਂ ਬੱਚੇ ਨੂੰ ਹੋ ਸਕਦਾ। ਇਸ ਤੋਂ ਇਲਾਵਾ ਕੁਝ ਇਨਵਾਇਰਮੈਂਟਲ ਫੈਕਟਰਸ ਵੀ ਨੇ ਜਿਨ੍ਹਾਂ ਕਰਕੇ ਕੈਂਸਰ ਹੋ ਸਕਦਾ। ਫੋਰ ਐਗਜ਼ਾਮਪਲ, exposure to cancer causing chemicals called carcinogens ਬੇਸਿਕਲੀ ਜਿਹੜੇ ਕੈਮੀਕਲਸ ਹੁੰਦੇ ਨੇ ਜਿਨ੍ਹਾਂ ਕਰਕੇ ਕੈਂਸਰ ਹੋ ਸਕਦਾ, ਅਗਰ ਉਹਨਾਂ ਦੇ ਵਿੱਚ ਐਕਸਪੋਜ਼ਰ, ਫੋਰ ਐਗਜ਼ਾਮਪਲ ਜਿਹੜੇ ਲੋਕ ਇੰਡਸਟਰੀਜ਼ ਵਗੈਰਾ ਦੇ ਵਿੱਚ ਕੰਮ ਕਰਦੇ ਨੇ, ਜਾਂ ਅਗਰ ਆਪਾਂ ਗੱਲ ਕਰੀਏ ਨਿਊਕਲੀਅਰ ਸੈਕਟਰ ਦੇ ਵਿੱਚ ਕੰਮ ਕਰਦੇ ਨੇ। ਅਗਰ ਸੈਕਿੰਡ ਆਪਸ਼ਨ ਵੀ ਇਹੀ ਹੈ ਕਿ ਐਕਸਪੋਜ਼ਰ ਟੂ ਰੇਡੀਏਸ਼ਨ, ਕਿ ਜਿਹੜੇ ਨਿਊਕਲੀਅਰ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਇੰਡਸਟਰੀਜ਼ ਵਗੈਰਾ ਦੇ ਵਿੱਚ ਕੰਮ ਕਰਦੇ ਨੇ, ਉੱਥੇ ਕੈਮੀਕਲਸ ਯੂਜ਼ ਕੀਤੇ ਜਾਂਦੇ ਨੇ। ਨਿਊਕਲੀਅਰ ਸੈਕਟਰ ਦੇ ਵਿੱਚ ਨਿਊਕਲੀਅਰ ਰੇਡੀਏਸ਼ਨਸ ਹੁੰਦੀਆਂ ਨੇ, ਇਹ ਰੇਡੀਏਸ਼ਨਸ ਆਪਣੀ ਬੋਡੀ ਦੇ ਉੱਤੇ ਇਫੈਕਟ ਕਰਦੀਆਂ ਨੇ ਔਰ ਆਪਾਂ ਨੂੰ ਕੈਂਸਰ ਕਰ ਸਕਦੀਆਂ ਨੇ। ਇਸੇ ਕਰਕੇ ਨੋਰਮਲੀ ਅਗਰ ਕੋਈ ਜਾਣਦਾ ਹੋਏ ਕਿਸੇ ਨਿਊਕਲੀਅਰ ਵਰਕਰ ਨੂੰ, ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਸਪੈਸ਼ਲ ਸੂਟਸ ਦਿੱਤੇ ਹੁੰਦੇ ਨੇ। ਇੱਕ ਜਿਹੜੇ ਸਾਇੰਟਿਸਟ ਹੁੰਦੇ ਨੇ ਨਿਊਕਲੀਅਰ ਸਾਇੰਟਿਸਟ, ਉਹ ਪ੍ਰੋਪਰਲੀ ਸੂਟ ਪਾ ਕੇ ਹੀ ਜਾਂਦੇ ਨੇ। ਠੀਕ ਹੈ, ਅਗਰ ਗੱਲ ਕਰੀਏ ਕਿ ਸਪੇਸ ਦੀ ਗੱਲ ਕਰਦੇ ਹਾਂ ਤਾਂ ਸਪੇਸ ਦੇ ਵਿੱਚ ਵੀ ਸਪੇਸ ਸੂਟਸ ਕਿਉਂ ਯੂਜ਼ ਕੀਤੇ ਜਾਂਦੇ ਨੇ, ਕਿਉਂਕਿ ਸਪੇਸ ਦੇ ਵਿੱਚ ਵੀ ਕੁਝ ਐਸੀ ਰੇਡੀਏਸ਼ਨਸ ਨੇ ਜਿਹੜੀ ਆਪਣੀ ਬੋਡੀ ਨੂੰ ਇਫੈਕਟ ਕਰਦੀਆਂ ਨੇ। ਹਾਲਾਂਕਿ ਆਕਸੀਜਨ ਦੇ ਲਈ ਵੀ ਯੂਜ਼ ਕੀਤੇ ਜਾਂਦੇ ਨੇ ਉਹ, ਪਰ ਇਸ ਦਾ ਇੱਕ ਦੂਸਰਾ ਕਾਰਨ ਇਹ ਵੀ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਸਪੇਸ ਰੇਡੀਏਸ਼ਨਸ ਨੇ ਉਹ ਆਪਣੀ ਬੋਡੀ ਨੂੰ ਇਫੈਕਟ ਕਰਦੀਆਂ ਨੇ। ਅਨਪ੍ਰੋਟੈਕਟਿਡ ਐਕਸਪੋਜ਼ਰ ਟੂ ਦਾ ਸਨ ਦੀ ਗੱਲ ਕਰਦੇ ਹਾਂ ਤਾਂ UV ਰੇਜ਼ ਨੇ ਜਿਹੜੀਆਂ, ਇਹ ਵੀ ਕੈਂਸਰ ਦਾ ਕਾਰਨ ਬਣਦੀਆਂ ਨੇ, ਸਕਿਨ ਕੈਂਸਰ ਦਾ ਕਾਰਨ ਬਣਦੀਆਂ ਨੇ UV ਰੇਜ਼। ਅਗਰ ਗੱਲ ਕਰਦੇ ਹਾਂ ਜਿਹੜੀ ਸਟ੍ਰੈਟੋਸਫੀਅਰ ਹੈ ਉਸ ਦੇ ਵਿੱਚ ਜਿਹੜੀ ਸਨ ਦੀ UV ਰੇਜ਼ ਨੇ ਉਹ ਆਪਾਂ ਨੂੰ ਬਚਾਉਂਦੀਆਂ ਨੇ। ਓਜ਼ੋਨ ਲੇਅਰ ਹੈ, ਓਜ਼ੋਨ ਲੇਅਰ ਆਪਾਂ ਨੂੰ ਬਚਾਉਂਦੀ ਹੈ, ਪਰ ਓਜ਼ੋਨ ਲੇਅਰ ਦੇ ਵਿੱਚ ਡਿਪਲੀਸ਼ਨ ਹੁੰਦੀ ਜਾ ਰਹੀ ਹੈ ਆਪਣੇ ਕੈਮੀਕਲਸ ਯੂਜ਼ ਕਰਨ ਕਰਕੇ, ਹਿਊਮਨਸ ਦੁਆਰਾ ਇਨਵਾਇਰਨਮੈਂਟ ਚੇਂਜ ਕਰਨ ਕਰਕੇ। ਤਾਂ ਇਹ ਚੀਜ਼ਾਂ ਕੀ ਕਰਦੀਆਂ ਨੇ, ਆਪਾਂ ਨੂੰ UV ਰੇਜ਼ ਆਪਣੇ ਤੱਕ ਪਹੁੰਚਾ ਰਹੀਆਂ ਨੇ, ਜਿਸ ਕਰਕੇ ਆਪਾਂ ਨੂੰ ਨੁਕਸਾਨ ਹੋ ਰਿਹਾ, ਕੈਂਸਰ ਹੋਣ ਦੀ ਜ਼ਿਆਦਾ ਵੱਧ ਰਿਹਾ। ਸਰਟੇਨ ਵਾਇਰਸਿਸ ਸਚ ਐਜ਼ ਹਿਊਮਨ ਪੈਪਿਲੋਮਾ ਵਾਇਰਸ HPV, ਹਿਊਮਨ ਪੈਪਿਲੋਮਾ ਵਾਇਰਸ ਦੇ ਨਾਲ ਵੀ ਕੈਂਸਰ ਹੋ ਸਕਦਾ ਹੈ। ਸਮੋਕਿੰਗ ਦੇ ਨਾਲ ਕੈਂਸਰ ਹੋ ਸਕਦਾ ਹੈ। ਸਮੋਕਿੰਗ ਸਭ ਤੋਂ ਜ਼ਿਆਦਾ ਕੋਜ਼ ਹੈ ਲੰਗ ਕੈਂਸਰ ਦਾ। ਲੰਗ ਕੈਂਸਰ ਹੋ ਗਿਆ, ਮਾਊਥ ਕੈਂਸਰ ਹੋ ਗਿਆ, ਇਹ ਕੈਂਸਰ ਸਮੋਕਿੰਗ ਕਰਕੇ ਹੁੰਦੇ ਨੇ। ਲਾਈਫਸਟਾਈਲ ਚੋਇਸਿਸ ਸਚ ਐਜ਼ ਟਾਈਪ ਆਫ ਡਾਈਟ ਐਂਡ ਲੈਵਲ ਆਫ ਫਿਜ਼ੀਕਲ ਐਕਟੀਵਿਟੀ। ਬੇਸਿਕਲੀ ਅਗਰ ਕੋਈ ਪਰਸਨ ਜ਼ਿਆਦਾ ਹੀ ਕਹਿ ਸਕਦੇ ਕਿ ਲੇਜ਼ੀ ਹੁੰਦਾ ਹੈ, ਜਾਂ ਫਿਰ ਕੁਛ ਐਸੀ ਫਿਜ਼ੀਕਲ ਐਕਟੀਵਿਟੀਜ਼ ਨੇ ਜਿਹੜੀ ਉਸਨੂੰ ਜ਼ਿਆਦਾ ਲੇਜ਼ੀਨੈਸ ਬਣਾਉਂਦੀਆਂ ਨੇ, ਜਿਸ ਕਰਕੇ ਵੀ ਪਰਸਨ ਨੂੰ ਕੈਂਸਰ ਹੋ ਸਕਦਾ ਹੈ। ਠੀਕ ਹੈ, ਕਿਉਂਕਿ ਸੈਲਸ ਨੇ ਕੰਮ ਕਰਨਾ ਬੰਦ ਕਰ ਦੇਣੇ, ਔਰ ਸੈਲਸ ਅਗਰ ਕੰਮ ਕਰਨਾ ਬੰਦ ਕਰ ਦੇਣਗੇ ਤਾਂ ਇੱਕ ਹੀ ਜਗ੍ਹਾ 'ਤੇ ਸੈਲਸ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ। ਪੰਜਾਬੀ ਦੇ ਵਿੱਚ ਇੱਕ ਵਾਰ ਡਿਸਕਸ ਕਰ ਲੈਂਦੇ ਹਾਂ ਕਿ ਕੈਂਸਰ ਦਾ ਸਿੱਧਾ ਕਾਰਨ ਤੁਹਾਡੇ ਸੈੱਲਾਂ ਵਿੱਚ DNA ਵਿੱਚ ਤਬਦੀਲੀਆਂ ਕਾਰਨ ਹੁੰਦਾ ਹੈ। ਜੈਨੇਟਿਕ ਪਰਿਵਰਤਨ ਵਿਰਾਸਤ ਵਿੱਚ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਵਾਤਾਵਰਨ ਤੋਂ ਵੀ। ਠੀਕ ਹੈ, ਆਪਾਂ ਡਿਸਕਸ ਕੀਤਾ ਹੁਣੇ। ਤਾਂ ਕੀ ਹੁੰਦਾ ਹੈ ਕਿ ਕੈਂਸਰ ਪੈਦਾ ਕਰਨ ਵਾਲੇ ਰਸਾਇਣਕਾਂ ਦੇ ਸੰਪਰਕ ਦੇ ਵਿੱਚ ਆਉਣਾ, ਰੇਡੀਏਸ਼ਨ ਦਾ ਸਾਹਮਣਾ ਕਰਨਾ, ਸੂਰਜ ਦੇ ਅਨਸੁਰੱਖਿਅਤ ਐਕਸਪੋਜ਼ਰ ਦੁਆਰਾ, ਵਾਇਰਸ ਜਿਵੇਂ ਕਿ ਮਨੁੱਖੀ ਪੈਲੀਮੋਨੀਲੀਆ ਵਾਇਰਸ, ਤੰਬਾਕੂ ਡਿਸਕਸ ਕੀਤਾ ਹੈ, ਜੀਵਨ ਸ਼ੈਲੀ ਦੀਆਂ ਚੋਣਾਂ ਜਿਵੇਂ ਕਿ ਖੁਰਾਕ ਦੀ ਕਿਸਮ ਔਰ ਸਰੀਰਕ ਗਤੀਵਿਧੀਆਂ ਦਾ ਪੱਧਰ। ਠੀਕ ਹੈ, ਖੁਰਾਕ ਬੇਸਿਕਲੀ ਅਗਰ ਆਪਾਂ ਗੱਲ ਕਰੀਏ, ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਪ੍ਰੋਪਰ ਖਾਣਾ ਨਹੀਂ ਮਿਲਦਾ, ਉਹਨਾਂ ਨੂੰ ਖਾਣਾ ਅਗਰ ਮਿਲਦਾ ਵੀ ਹੈ ਤਾਂ ਕੁਝ ਕਾਫੀ, ਅਗਰ ਨੋਰਮਲ ਜਿਹੜੇ ਗਰੀਬ ਨੇ ਉਹਨਾਂ ਨੂੰ ਗੱਲ ਨਾ ਕਰੀਏ, ਜਿਹੜੇ ਜ਼ਿਆਦਾ ਗਰੀਬ ਨੇ ਉਹਨਾਂ ਨੂੰ ਕੀ ਹੁੰਦਾ ਹੈ ਕਿ ਖਾਣਾ ਅਗਰ ਮਿਲਦਾ ਤਾਂ ਖਰਾਬ ਖਾਣਾ ਮਿਲਦਾ ਹੈ। ਠੀਕ ਹੈ, ਪ੍ਰੋਪਰ ਨਿਊਟ੍ਰੀਸ਼ਨਸ ਨਹੀਂ ਹੁੰਦੀ ਉਹਨਾਂ ਦੇ ਵਿੱਚ, ਜਾਂ ਫਿਰ ਉਹਨਾਂ ਦੇ ਵਿੱਚ ਅਗਰ ਚਾਵਲ ਨੇ ਤਾਂ ਚਾਵਲ ਦੇ ਵਿੱਚ ਕੰਕਰ ਜ਼ਿਆਦਾ ਨੇ। ਠੀਕ ਹੈ, ਤਾਂ ਇਹ ਚੀਜ਼ਾਂ ਕੀ ਕਰਦੀਆਂ ਨੇ, ਨੁਕਸਾਨ ਕਰਦੀਆਂ ਨੇ ਇੱਕ ਬੋਡੀ ਦੀ ਹੈਲਥ ਨੂੰ ਅੰਦਰੋਂ, ਔਰ ਇਹ ਕਾਰਨ ਬਣਦੀਆਂ ਨੇ ਅੱਗੇ ਡਿਫਰੈਂਟ ਬਿਮਾਰੀਜ਼ ਦੀਆਂ, ਜਿਨ੍ਹਾਂ ਦੇ ਵਿੱਚ ਕੈਂਸਰ ਵੀ ਇੱਕ ਬਿਮਾਰੀ। ਨੈਕਸਟ ਹੈ ਸਿੰਪਟਮਸ। ਕਾਮਨ ਸਿੰਪਟਮਸ ਕਿਵੇਂ ਪਤਾ ਲੱਗਦਾ ਹੈ? ਅਗਰ ਬੇਸਿਕ ਗੱਲ ਕਰਦੇ ਹਾਂ, ਟੌਪ ਸਭ ਤੋਂ ਕੈਂਸਰ ਜਿਹੜੀ ਐਕਸਟ੍ਰੀਮ ਸਟੇਜ ਹੁੰਦੀ ਹੈ, ਫਰਸਟ ਸਟੇਜ ਹੁੰਦੀ ਹੈ ਜਿਹੜੀ, ਇੱਕ ਐਕਸਟ੍ਰੀਮ ਸਟੇਜ ਔਰ ਇੱਕ ਫਰਸਟ ਸਟੇਜ। ਐਕਸਟ੍ਰੀਮ ਸਟੇਜ ਦਾ ਕੋਈ ਇਲਾਜ ਨਹੀਂ ਹੈ। ਅਗਰ ਆਪਾਂ ਨੋਰਮਲੀ ਗੱਲ ਕਰਦੇ ਹਾਂ ਤਾਂ ਜਿਹੜੀ ਫਰਸਟ ਸਟੇਜ ਹੈ
ਬੇਸਿਕ ਫਸਟ ਸਟੇਜ ਦੇ ਵਿੱਚ ਵੀ ਅਗਰ ਇਲਾਜ ਕਰਾਉਣਾ ਤਾਂ ਅਮੀਰ ਲੋਕਾਂ ਦੇ ਲਈ ਇਲਾਜ ਹੈ, ਗਰੀਬ ਲੋਕਾਂ ਦਾ ਕੋਈ ਇਲਾਜ ਨਹੀਂ ਹੈ। ਫੋਰ ਐਗਜ਼ਾਮਪਲ ਅਗਰ ਯੁਵਰਾਜ ਸਿੰਘ ਦੀ ਗੱਲ ਕਰਦੇ ਹਾਂ, ਯੁਵਰਾਜ ਸਿੰਘ ਨੇ ਕੈਂਸਰ ਰਿਕਵਰ ਕੀਤਾ ਹੈ, ਪਰ ਇੰਡੀਆ ਦੇ ਵਿੱਚ ਨਹੀਂ, ਬਾਹਰ ਜਾ ਕੇ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਾਇਆ। ਪ੍ਰੋਪਰ ਇਲਾਜ ਕੀਤਾ ਜਾਵੇ ਤਾਂ ਕੈਂਸਰ ਦਾ ਇਲਾਜ ਹੈ, ਪਰ ਐਕਸਟ੍ਰੀਮ ਸਟੇਜ ਦਾ ਕੋਈ ਇਲਾਜ ਨਹੀਂ ਹੈ, ਫਾਈਨਲ ਸਟੇਜ ਦਾ ਕੋਈ ਇਲਾਜ ਨਹੀਂ ਹੈ। ਫਸਟ ਸਟੇਜ ਸੈਕਿੰਡ ਸਟੇਜ ਦੇ ਇਲਾਜ ਹੈਗੇ ਨੇ। ਤਾਂ ਸਭ ਤੋਂ ਪਹਿਲੇ ਪਤਾ ਕਿਵੇਂ ਲੱਗਦਾ ਆਪਾਂ ਨੂੰ? ਪੇਨ, ਦਰਦ ਹੋਣਾ ਸ਼ੁਰੂ ਹੁੰਦਾ ਹੈ। ਜਿਸ ਇਲਾਕੇ ਦੇ ਵਿੱਚ ਅਗਰ ਆਪਾਂ ਨੂੰ ਕੈਂਸਰ ਹੈ, ਉਸ ਇਲਾਕੇ ਦੇ ਵਿੱਚ ਦਰਦ ਹੋਣਾ ਕਾਫੀ ਜ਼ਿਆਦਾ ਸ਼ੁਰੂ ਹੋ ਜਾਂਦਾ ਹੈ। ਥਕਾਵਟ ਹੁੰਦੀ ਹੈ ਬੋਡੀ ਦੇ ਵਿੱਚ, ਬੁਖਾਰ ਰਹਿੰਦਾ ਨੋਰਮਲੀ, ਵੇਟ ਲਾਸ, ਨੋਰਮਲੀ ਵੇਟ ਲਾਸ ਹੋਣਾ ਸ਼ੁਰੂ ਹੋ ਜਾਂਦਾ। ਕੀ ਹੁੰਦਾ ਹੈ ਕਿ ਬਿਨਾਂ, ਜਿਹੜੀ ਆਪਾਂ ਗੱਲ ਕੀਤੀ ਸੀ ਕਾਲਾ ਅਜ਼ਰ ਦੇ ਵਿੱਚ ਵੀ ਇਹੀ ਸਿੰਪਟਮ ਸੀਗਾ ਕਿ ਬਿਨਾਂ ਐਕਸਰਸਾਈਜ਼ਿਸ ਤੋਂ ਵੇਟ ਰਿਡਿਊਸ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਭੁੱਖ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸਕਿਨ ਦੇ ਵਿੱਚ ਚੇਂਜਿਸ ਆਉਣੇ ਸ਼ੁਰੂ ਹੋ ਜਾਂਦੇ। ਅਗਰ ਸਕਿਨ ਕੈਂਸਰ ਹੈ ਪਰਸਨ ਨੂੰ ਤਾਂ ਸਕਿਨ ਦੇ ਵਿੱਚ ਚੇਂਜਿਸ ਆਉਣੇ ਸ਼ੁਰੂ ਹੋ ਜਾਂਦੇ, ਸਕਿਨ ਰਫ ਹੋਣੀ ਸ਼ੁਰੂ ਹੋ ਜਾਂਦੀ ਹੈ ਨੋਰਮਲੀ, ਅਨੀਮੀਆ ਹੋ ਜਾਂਦਾ, ਅਨਯੂਜ਼ੂਅਲ ਬਲੀਡਿੰਗ, ਖੂਨ ਆਉਣਾ ਸ਼ੁਰੂ ਹੋ ਜਾਂਦਾ ਬਿਨਾਂ ਗੱਲ ਤੋਂ। ਠੀਕ ਹੈ, ਸਕਿਨ ਦੇ ਉੱਤੇ ਸਕਿਨ ਰਫ ਹੈ ਔਰ ਨੋਰਮਲੀ ਖੂਨ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਕਿਨ ਉਤਰਨੀ ਸ਼ੁਰੂ ਹੋ ਜਾਂਦੀ ਹੈ। ਸੋਰਸ ਡੈਟ ਡਜ਼ਨਟ ਹੀਲ, ਜ਼ਖਮ ਜੋ ਠੀਕ ਨਹੀਂ ਹੁੰਦੇ, ਐਸੇ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਜੋ ਠੀਕ ਨਹੀਂ ਹੋ ਰਹੇ ਕਿਉਂਕਿ ਬੋਡੀ ਦੇ ਵਿੱਚ ਜਿਹੜੇ ਸੈਲਸ ਨੇ ਉਹ ਸੈੱਲ ਉਸ ਇਲਾਕੇ ਦੇ ਵਿੱਚ ਕਹਿ ਸਕਦੇ ਹਾਂ ਕਿ ਉਸ ਇਲਾਕੇ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ ਜਿੱਥੇ ਕੈਂਸਰ ਬਣਨਾ ਸ਼ੁਰੂ ਹੋਇਆ, ਟਿਊਮਰ ਤੋਂ ਸ਼ੁਰੂ ਹੁੰਦਾ ਕੈਂਸਰ। ਤਾਂ ਜਿਹੜੇ ਜ਼ਖਮ ਹੁੰਦੇ ਨੇ ਉਹਨਾਂ ਤੱਕ ਜਿਹੜੇ WBC ਹੁੰਦੇ ਨੇ ਜਾਂ ਪਲੈਟਲੈਟਸ ਹੁੰਦੇ ਨੇ ਉਹ ਵਰਕ ਨਹੀਂ ਕਰ ਪਾਉਂਦੇ। ਇਲਾਜ, ਅੱਛਾ ਇੱਕ ਪਲੈਟਲੈਟਸ ਦੀ ਗੱਲ ਕੀਤੀ ਹੈ ਤੇ WBC ਦੀ ਗੱਲ ਕੀਤੀ ਹੈ ਤਾਂ ਇੱਕ ਕਲਾਸ ਆਪਾਂ ਬਲੱਡ ਦੇ ਉੱਤੇ ਲੈ ਲਾਂਗੇ ਕਿ ਬਲੱਡ ਕਿਸ ਤਰੀਕੇ ਨਾਲ ਵਰਕ ਕਰਦਾ ਹੈ, ਬਲੱਡ ਦੇ ਵਿੱਚ ਕੀ ਕੀ ਕੰਪੋਨੈਂਟਸ ਹੁੰਦੇ ਨੇ, ਇਸ ਤਰੀਕੇ ਦੇ ਡਿਸਕਸ ਕਰ ਲਾਂਗੇ। ਪਲੱਸ ਸਰਕੂਲੇਟਰੀ ਸਿਸਟਮ ਡਿਸਕਸ ਕਰ ਲਾਂਗੇ। ਅਗਰ ਤੁਸੀਂ ਚਾਹੋ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਇਹ ਕਲਾਸ ਆਪਾਂ ਕਰੀਏ ਜਾਂ ਨਾ ਕਰੀਏ। ਇਲਾਜ ਦੀ ਗੱਲ ਕਰਦੇ ਹਾਂ। ਕੈਂਸਰ ਦੇ ਇਲਾਜ ਦੇ ਵਿੱਚ ਡਿਫਰੈਂਟ ਤਰੀਕੇ ਨੇ। ਮੋਸਟ ਕਾਮਨ ਟਾਈਪਸ ਟ੍ਰੀਟਮੈਂਟ ਕਿਹੜਾ? ਸਰਜਰੀ। ਪਹਿਲਾ ਇਲਾਜ ਹੈ ਸਰਜਰੀ। ਤਾਂ ਸਰਜੀਕਲੀ ਰਿਮੂਵਸ ਐਜ਼ ਮਚ ਆਫ ਕੈਂਸਰ ਐਜ਼ ਪੋਸੀਬਲ। ਕੀ ਹੁੰਦਾ ਹੈ ਕਿ ਅਗਰ ਕਿਸੇ ਇਲਾਕੇ ਦੇ ਵਿੱਚ ਕੈਂਸਰ ਹੈ ਤਾਂ ਕੈਂਸਰ ਦਾ ਕੀ ਹੁੰਦਾ ਕਿ ਉਹ ਇਲਾਕਾ ਬਾਉਂਡ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਸਨੂੰ ਸਰਜਰੀ ਦੇ ਨਾਲ ਬਾਹਰ ਕੱਢ ਲਿਆ ਜਾਂਦਾ। ਕੀਮੋਥੈਰੇਪੀ ਯੂਜ਼ ਮੈਡੀਕੇਸ਼ਨਸ ਡੈਟ ਆਰ ਟੌਕਸਿਕ ਟੂ ਸੈਲਸ ਟੂ ਕਿਲ ਰੈਪਿਡਲੀ ਡਰਾਈਵਿੰਗ ਕੈਂਸਰ ਸੈਲਸ। ਕੀ ਹੁੰਦਾ ਹੈ? ਕੀਮੋਥੈਰੇਪੀ ਐਸੀ ਮੈਡੀਸਿਨਸ ਦਾ ਯੂਜ਼ ਕੀਤਾ ਜਾਂਦਾ ਹੈ ਜਿਹੜਾ ਕੀ ਕਰਦਾ ਹੈ ਕੈਂਸਰ ਸੈਲਸ ਨੂੰ ਜਾ ਕੇ ਅਟੈਕ ਕਰਦੀ ਹੈ। ਠੀਕ ਹੈ, ਬੇਸਿਕਲੀ ਇੱਕ ਕਹਿ ਸਕਦੇ ਕਿ ਜ਼ਹਿਰ ਦੇ ਤਰੀਕੇ ਨਾਲ ਕੰਮ ਕਰਦੀ ਹੈ ਉਹਨਾਂ ਸੈੱਲਾਂ ਵਾਸਤੇ ਔਰ ਉਹ ਸੈੱਲਾਂ ਨੂੰ ਮਾਰ ਦਿੰਦੀ ਹੈ। ਰੇਡੀਏਸ਼ਨ ਥੈਰੇਪੀ ਯੂਜ਼ਿਸ ਪਾਵਰਫੁਲ ਬੀਮਸ ਆਫ ਰੇਡੀਏਸ਼ਨ ਇਨਸਾਈਡ brachytherapy or outside external beam radiation your body to kill cancer cells। ਬੇਸਿਕਲੀ ਇਹ ਥੈਰੇਪੀ ਦੇ ਬਾਰੇ ਕਾਫੀ ਬੱਚਿਆਂ ਨੇ ਸੁਣਿਆ ਹੋਏਗਾ ਕਿ ਰੇਡੀਏਸ਼ਨ ਥੈਰੇਪੀ ਦੇ ਨਾਲ ਕੀ ਕੀਤਾ ਜਾਂਦਾ ਹੈ ਕਿ ਐਕਸ-ਰੇਜ਼ ਹੁੰਦੀਆਂ ਨੇ, ਇਸ ਤੋਂ ਇਲਾਵਾ ਅਲਫਾ ਬੀਟਾ ਗਾਮਾ ਰੇਜ਼। ਫਿਜ਼ਿਕਸ ਅਗਰ ਕਿਸੇ ਨੇ ਸਟੱਡੀ ਕੀਤੀ ਹੈ ਜਾਂ 10th ਤੱਕ ਤਾਂ ਹਰ ਇੱਕ ਨੇ ਸਟੱਡੀ ਕੀਤੀ ਹੋਏਗੀ, ਤਾਂ ਅਲਫਾ ਬੀਟਾ ਗਾਮਾ ਰੇਜ਼ ਹੁੰਦੀਆਂ ਨੇ ਜਿਹੜੀਆਂ, ਇਹਨਾਂ ਦਾ ਯੂਜ਼ ਕੀਤਾ ਜਾਂਦਾ। ਗਾਮਾ ਰੇਜ਼ ਦਾ ਬੇਸਿਕਲੀ ਯੂਜ਼ ਕੀਤਾ ਜਾਂਦਾ ਹੈ। ਕੀ ਕੀਤਾ ਜਾਂਦਾ ਕਿ ਇਹ ਰੇਜ਼ ਡਾਇਰੈਕਟ ਸੈੱਲ ਜਿਸ ਇਲਾਕੇ ਦੇ ਵਿੱਚ ਕੈਂਸਰ ਹੈ ਉੱਥੇ ਇਸ ਦੀ ਬੀਮ ਸਕੈਟਰ ਕੀਤੀ ਜਾਂਦੀ ਹੈ। ਇਹ ਕੀ ਕਰਦੀ ਹੈ? ਉਹਨਾਂ ਨੂੰ ਜਲਾ ਦਿੰਦੀ ਹੈ, ਮਚਾ ਦਿੰਦੀ ਹੈ, ਕਹਿ ਲੈਂਦੇ ਹਾਂ। ਪੂਰੀ ਫੋਕਸਡ ਬੀਮ ਯੂਜ਼ ਕੀਤੀ ਜਾਂਦੀ ਹੈ ਜੋ ਕਿ ਉਸ ਇਲਾਕੇ ਦੇ ਸੈਲਸ, ਕੈਂਸਰ ਸੈਲਸ ਨੂੰ ਖਤਮ ਕਰ ਦਿੰਦੀ ਹੈ। ਪੰਜਾਬੀ ਤੋਂ ਵੀ ਡਿਸਕਸ ਕਰ ਲੈਂਦੇ ਹਾਂ। ਸਰਜਰੀ ਵੱਧ ਤੋਂ ਵੱਧ ਕੈਂਸਰ ਨੂੰ ਦੂਰ ਕਰਦਾ ਹੈ। ਕੀਮੋਥੈਰੇਪੀ ਉਹ ਦਵਾਈਆਂ ਜਿਹੜੀਆਂ ਸੈੱਲਾਂ ਲਈ ਜ਼ਹਿਰੀਲੀਆਂ ਹੁੰਦੀਆਂ ਹਨ। ਰੇਡੀਏਸ਼ਨ ਥੈਰੇਪੀ ਕੈਂਸਰ ਸੈੱਲਾਂ ਨੂੰ ਮਾਰਨ ਲਈ ਸਰੀਰ ਦੇ ਅੰਦਰ ਜਾਂ ਬਾਹਰ ਸ਼ਕਤੀਸ਼ਾਲੀ ਕੇਂਦਰਿਤ ਸ਼ਤੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਰੇਡੀਏਸ਼ਨ ਦਾ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਟੈਮ ਸੈੱਲ ਟ੍ਰਾਂਸਪਲਾਂਟ, ਬੋਨ ਮੈਰੋ ਟ੍ਰਾਂਸਪਲਾਂਟ। ਬੇਸਿਕਲੀ ਜਦੋਂ ਬੋਨ ਮੈਰੋ ਕੈਂਸਰ ਹੁੰਦਾ ਹੈ ਤੇ ਕੀ ਕੀਤਾ ਜਾਂਦਾ ਹੈ ਕਿ ਇੱਕ ਪਰਸਨ ਦਾ ਬੋਨ ਮੈਰੋ ਲੈ ਕੇ ਦੂਸਰੇ ਪਰਸਨ ਦੇ ਵਿੱਚ ਪਾਇਆ ਜਾਂਦਾ ਹੈ। ਬੋਨ ਮੈਰੋ ਵਿਦ ਹੈਲਦੀ ਸਟੈਮ ਸੈਲਸ। ਇਮਿਊਨੋਥੈਰੇਪੀ ਬਾਇਓਲੋਜੀਕਲ ਥੈਰੇਪੀ ਹੈ। ਇਸ ਦੇ ਵਿੱਚ ਐਂਟੀਬਾਡੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਬੋਡੀ ਦੇ ਇਮਿਊਨ ਸਿਸਟਮ ਨੂੰ ਤਾਂ ਕਿ ਉਹ ਕੈਂਸਰ ਦੇ ਨਾਲ ਫਾਈਟ ਕਰ ਸਕੇ। ਸੋ ਹੁਣ ਆਪਾਂ ਡਿਸਕਸ ਕੀਤਾ ਹੈ ਕਿ ਹੁੰਦਾ ਹੈ ਕਿ ਇਮਿਊਨ ਸਿਸਟਮ ਦੇ ਵਿੱਚ ਅਗਰ ਇਫੈਕਟ ਹੁੰਦਾ ਹੈ, ਇਮਿਊਨ ਕੈਂਸਰ ਸੀਗਾ ਜਿਹੜਾ ਆਪਾਂ ਡਿਸਕਸ ਕੀਤਾ ਸੀ, ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ? ਇਮਿਊਨ ਐਂਟੀਬੋਡੀਜ਼ ਪਾ ਦਿੱਤੀਆਂ ਜਾਂਦੀਆਂ ਨੇ। ਐਂਟੀਬੋਡੀਜ਼ ਕੀ ਕਰਦੇ ਨੇ? ਇਮਿਊਨ ਸਿਸਟਮ ਨੂੰ ਦੁਬਾਰਾ ਬਣਾਉਣ ਦੇ ਵਿੱਚ ਹੈਲਪ ਕਰਦੀਆਂ ਨੇ।
ਇਮਿਊਨ ਸਿਸਟਮ ਕੀ ਕਰਦਾ ਹੈ, ਕੈਂਸਰ ਸੈਲਸ ਨੂੰ ਇਫੈਕਟ ਕਰਦਾ ਹੈ ਔਰ ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ। ਟਾਰਗੇਟਡ ਡਰਗ ਥੈਰੇਪੀ uses drugs to interfere with certain molecules that help cancer cells grow and survive। ਉਹਨਾਂ ਮੋਡੀਊਲਸ ਨੂੰ ਰੋਕਣਾ, ਉਹਨਾਂ ਮੋਲੀਕਿਊਲਸ ਨੂੰ ਰੋਕਣਾ ਕਹਿ ਸਕਦੇ ਹਾਂ ਜਿਨ੍ਹਾਂ ਕਰਕੇ ਕੈਂਸਰ ਸੈਲਸ ਬਣ ਰਹੇ ਨੇ, ਜ਼ਿਆਦਾ ਉਸ ਕਾਰਨ ਨੂੰ ਪਕੜ ਲੈਣਾ ਕਿ ਜਿਸ ਕਰਕੇ ਕੈਂਸਰ ਸੈਲਸ ਬਣ ਰਹੇ ਨੇ ਉਹਨਾਂ ਨੂੰ ਡਰੱਗਸ ਦੇ ਨਾਲ ਖਤਮ ਕਰ ਦੇਣਾ। ਕਲੀਨਿਕਲ ਟਰਾਇਲਸ ਇਨਵੈਸਟੀਗੇਟ ਨਿਊ ਵੇਜ਼ ਟੂ ਟਰੀਟ ਕੈਂਸਰ, ਨਵੇਂ ਕੈਂਸਰ ਵੇਜ਼ ਬਣਾਏ ਜਾ ਰਹੇ ਨੇ ਕੈਂਸਰ ਦੇ ਨਾਲ ਟਰੀਟ ਕਰਨ ਦੇ ਲਈ। ਬੇਸਿਕਲੀ ਫਾਈਨਲ ਸਟੇਜ ਤੋਂ ਵੀ ਇਨਸਾਨ ਨੂੰ ਬਚਾਉਣ ਦੇ ਲਈ ਕੈਂਸਰ ਦੇ ਲਈ ਟਰੀਟਮੈਂਟ ਬਣਾਏ ਜਾ ਰਹੇ ਨੇ। ਹੁਣ ਪੰਜਾਬੀ ਦੇ ਵਿੱਚ ਇੱਕ ਵਾਰ ਡਿਸਕਸ ਕਰ ਲੈਂਦੇ ਹਾਂ। ਸਟੈਮ ਸੈੱਲ ਟ੍ਰਾਂਸਪਲਾਂਟ ਕਿ ਤੰਦਰੁਸਤ ਸਟੈਮ ਸੈੱਲਾਂ ਨਾਲ ਬਿਮਾਰੀ ਵਾਲੇ ਬੋਨ ਮੈਰੋ ਦੀ ਮੁਰੰਮਤ ਕਰਦਾ ਹੈ। ਇਸ ਤੋਂ ਇਲਾਵਾ ਇਮਿਊਨੋਥੈਰੇਪੀ ਕਿ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਨੂੰ ਕੈਂਸਰ ਪਛਾਣਨ ਵਿੱਚ ਸਹਾਇਤਾ ਲਈ ਐਂਟੀਬੋਡੀਜ਼ ਦੀ ਵਰਤੋਂ ਕਰੋ ਤਾਂ ਜੋ ਇਸ ਨਾਲ ਲੜਾਈ ਲੜ ਸਕੀਏ। ਲਕਸ਼ ਡਰਗ ਥੈਰੇਪੀ ਕੁਝ ਅਣੂਆਂ ਨੂੰ ਦਾਖਲ ਦੇਣ ਦੇ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕੈਂਸਰ ਸੈੱਲਾਂ ਦੇ ਵਿਕਾਸ ਅਤੇ ਜੀਵਨ ਵਿੱਚ ਸਹਾਇਤਾ ਕਰਦੇ ਹਨ। ਇੱਥੇ ਪੰਜਾਬੀ ਬਾਈ ਮਿਸਟੇਕ ਗਲਤ ਹੋ ਗਈ ਹੈ। ਜੋ ਕੈਂਸਰ ਸੈੱਲਾਂ ਦੇ ਵਿਕਾਸ ਅਤੇ ਜੀਵਨ ਨੂੰ ਸਹਾਇਤਾ ਨਹੀਂ ਕਰਦੇ, ਇਹਨੂੰ ਖਤਮ ਕਰਦੇ ਹਨ। ਕਲੀਨਿਕਲ ਅਜਮਾਇਸ਼ ਕੈਂਸਰ ਦੇ ਨਵੇਂ ਤਰੀਕੇ ਦੀ ਪੜਤਾਲ ਕਰਦਾ ਹੈ। ਨੈਕਸਟ, ਇਸ ਤੋਂ ਇਲਾਵਾ ਕੁਝ ਅਲਟਰਨੇਟਿਵ ਮੈਡੀਸਿਨਸ ਨੇ, ਮੈਡੀਸਿਨਸ ਨਹੀਂ ਕਹਾਂਗੇ, ਕੁਝ ਅਲਟਰਨੇਟਿਵ ਤਰੀਕੇ ਕਹਿ ਸਕਦੇ ਹਾਂ ਕਿ ਸਿੰਪਟਮ ਡਿਕਰੀਜ਼ ਕਰਨ ਦੇ ਲਈ ਕੈਂਸਰ ਔਰ ਉਸਦੇ ਸਾਈਡ ਇਫੈਕਟ ਡਿਕਰੀਜ਼ ਕਰਨ ਦੇ ਲਈ। ਫॉर एग्जांपल ਨੋਜ਼ੀਆ, ਫੈਟੀਗੂ ਐਂਡ ਪੇਨ। ਥਕਾਵਟ ਔਰ ਪੇਨ ਨੂੰ ਖਤਮ ਕਰਨ ਦੇ ਲਈ ਡਿਫਰੈਂਟ ਤਰੀਕੇ ਨੇ, ਅਲਟਰਨੇਟਿਵ ਤਰੀਕੇ ਕੀ ਨੇ? ਐਕੂਪੰਚਰ, हिप्नोसिस, मसाज, योगा, मेडिटेशन और रिलैक्सेशन टेक्निक्स। ठीक है कि बेसिकली अगर किसी भी चीज़ का कैंसर है तो उसनू रोकने के लिए एक्यूपेंचर काफ़ी अच्छा तरीका रहेगा। हिप्नोसिस होगी, मसाज होगी, योगा हो गया, मेडिटेशन हो गया और रिलैक्सेशन टेक्निक्स हो गई। विकल्पी दवाई में शामिल हैं एक्यूपंचर, मालिश, योगा, अभ्यास और मनोरंजन तकनीक। ठीक है, इस तो इलावा अगर गल करते हैं कैंसर नू ਆਪਾਂ डिस्कस कर लिया कि इलाज किस तरीके नाल होएगा, कैंसर का बचाव किस तरीके नाल किया जा सकता है। अकॉर्डिंग टू द एक्सपर्ट्स देयर आर 7 बेस्ट वेज टू प्रिवेंट कैंसर। स्टॉप यूजिंग तंबाकू एंड अवॉइड सेकेंड हैंड स्मोक। सब तो पहले तंबाकू यूज करना खत्म करो और स्मोकिंग खत्म की जाए। ईट अ हेल्दी बैलेंस डाइट, बैलेंस डाइट लेनी चाहिए। कीप अ हेल्दी वेट एंड स्टे एक्टिव बाय गेटिंग एटलीस्ट 30 मिनट्स ऑफ फिजिकल एक्टिविटी एवरी डे। हेल्दी वेट यानी कि जी अपनी बॉडी का वेट है वह हेल्दी होना चाहिए, यानी कि प्रॉपर होना चाहिए। कई का वेट की होंगे कि अगर 10 साल की उम्र के भी कुछ बच्चे ऐसे होंगे ने जिन्हों की वेट 80-80 किलो तक जा रहे होंगे। ठीक है, वो नहीं होना चाहिए। फैटिग जी फैट है वह तंग करती है, वही अगे जाके कैंसर का कारण बनती है। स्टे प्रोटेक्टेड फ्रॉम द सन। बेसिकली जो मोटापा है, वैसे भी पंजाबी के कहा जाता है कि जो मोटापा है ये काफ़ी ज़्यादा बीमारियों की जड़ है। ठीक है, इसनों रिड्यूस करना चाहिए। सन तो आप हुणे पता लग कहा कि यूवी रेज कारण बनदियां ने कैंसर का, तो प्रोटेक्टेड रहना चाहिए सन तो। पंजाबी के अगर गल करिए तो तंबाकू की वरतों करना बंद करो और दूसरे तंबाकू नोशी तो बचो। सेहतमंद संतुलित खुराक खाओ, एक सेहतमंद जीवन रखो और हर रोज़ घट्टो घट्ट 30 मिनट की शारीरिक गतिविधि करो। सूरज तो सुरक्षित रहो। इस तो इलावा गेट वैक्सीनेटेड अगेंस्ट वायरल इन्फेक्शंस दैट कैन लीड टू कैंसर सच एज हैपेटाइटिस बी एंड HPV। हैपेटाइटिस बी और HPV ਜਿਹੜੀ बीमारियां ने इन्हां दे कारण कैंसर हो सकता है। इस करके इन्हां दे वैक्सीन, इन्हां दी जिहड़ी वैक्सीन है प्रॉपर लैंदे रहो। ठीक है, जो भी इन्हां दा अगर जिहड़ा टाइम पीरियड हुंदा है उस टाइम दे विच इन्हां दी वैक्सीन्स लैंदे रहो। डोंट एंगेज इन रिस्की बिहेवियर्स, प्रैक्टिस सेफ सेक्स एंड डजंट शेयर नीडल्स व्हेन यूजिंग ड्रग्स और प्रिस्क्रिप्शन मेडिकेशंस। ओनली गेट टैटूज एट लाइसेंस्ड पार्लर्स।
See your doctor regularly so they can screen you for various types of cancers. This increases your chances of catching any possible cancers as early and possible. बेसिकली पंजाबी ਦੇ ਵਿੱਚ ਗੱਲ ਕਰਦੇ ਹਾਂ ਪਹਿਲੇ कि उस वैक्सीन लेंदे रहो। आप पंजाबी इस बारे तो डिस्कस कर ही लिया है कि हैपेटाइटिस बी और HPV। इस तो इलावा कि जोखम भरपूर व्यवहार ना करो, बेसिकली सुरक्षित सैक्स कॉन्डम का यूज़ करना चाहिए। इस तो इलावा सूइयाँ जो आप ड्रग्स वगैरह ले रहे हैं, बस तो ड्रग्स लेने नहीं चाहिए, पर अगर नॉर्मल लोग ड्रग्स लेंदे ने ਜਿਹੜੇ ਉਸ ਦੇ ਨਾਲ शेयर नहीं करनी चाहिए नीडल्स। दूसरी चीज़, अगर मैडिकेशन फॉर एग्जाम्पल डॉक्टर्स वगैरह तो ਆਪਾਂ ਨੂੰ ਕਿਹਾ ਗਿਆ कि कोई इंजैक्शन फॉर एग्जाम्पल जिसनों डायबिटीज़ है उसनों डेली वांगू इंजैक्शन लेना पैंदा इंसुलिन का, ठीक है। अच्छा ये भी क्वेश्चन पूछा जा सकता है कि जिस पर्सन को डायबिटीज़ है उस पर्सन को किस चीज़ का इंजैक्शन दिता जाता है, इंसुलिन का इंजैक्शन दिता जाता है, ये याद रखना है। और ਜਿਹੜੇ ਇੰਜੈਕਸ਼ਨਸ ਇਹਨਾਂ ਨੂੰ ਲੈਂਦੇ ਨੇ ਪਰਸਨ ਨੋਰਮਲੀ ਜਿਹੜੇ ਮੈਡੀਕੇਸ਼ਨਸ ਦੇ ਨਾਲ ਇੰਜੈਕਸ਼ਨਸ ਲੈਂਦੇ ਨੇ ਉਹਨਾਂ ਦੇ ਨਾਲ ਵੀ ਸ਼ੇਅਰਿੰਗ ਨਹੀਂ ਕਰਨੀ ਚਾਹੀਦੀ, ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। दूसरी, लाइसेंस शुदा पार्लर्स तो ही टैटू ਜਿਹੜੇ टैटूज वगैरह नॉर्मली लोग करवाते हैं तो वह प्रॉपरली लाइसेंस्ड परसनस तो करवाने चाहिए ने, ताकि क्योंकि उन्होंने लाइसेंस इस चीज़ का दिता होंगे कि उन्होंने जी नीडल्स ने वो प्रॉपरली जो एक कस्टमर तो दूसरे कस्टमर तक मूव करते हैं तो उन्होंने नीडल्स वगैरह प्रॉपरली सैनिटाइज होंदियां ने। नैक्सट है, अपने डॉक्टर ਨੂੰ बाकायदा मिलो जो ਤੁਹਾਡੀ किस्मां ਦੇ कैंसर के किस्मां की जांच कर सकन ताकि जिन्नी जल्दी हो सके कैंसर ਨੂੰ फड़िया जा सके। ये पॉइंट काफ़ी इंपोर्टेंट है। अगर आप बाहरले देशों की गल करिए तो उन्होंने की होंगे कि जी हैल्थ पॉलिसी दी जाती है उन्होंने, बेसिकली वो की करते हैं लगातार 3 या 4 महीनों तो बाद अपनी फुल बॉडी का चैकअप करवाते रहते हैं डॉक्टर्स तो। अपने तो बेसिकली 5-5 साल भी लंघ जाते हैं, आप कदे फुल बॉडी चैकअप नहीं कराया होंगे, तो वो क्यों कराते हैं, वो इसे करके कराया जाता है कि अगर उन्होंने बाय चांस कैंसर है तो वह फर्स्ट स्टेज के ही कवर किया जा सके, फर्स्ट स्टेज के फड़िया जा सके। अगर अपने उसको पहले स्टेज अपन पता लग गया कि अपन कैंसर है तो आप उसको ईजिली बच सकते हैं। हालांकि अपने इंडिया के नॉर्मली लोगों को पता नहीं लगता, जो सैकेंड स्टेज या फाइनल स्टेज पर चल रहा होंगे उदों जाके पता लगता कि अपन कैंसर है। तो अज दे लिए बस इन्ना ही। आई होप तुहानूं सैशन पसंद आया होगा। सैशन को लाइक और शेयर जरूर करते रहो अपने फ्रेंड्स के नाल। थैंक यू फॉर वॉचिंग द सैशन। गुड बाय।